ਹਾਂਜੀ ਦੋਸਤੋ, ਭਾਰਤ ਵਿੱਚ ਇਸ ਵੇਲੇ ਮਨੁੱਖੀ ਅਧਿਕਾਰ ਇੱਕ ਆਪਣੀ ਬਹੁਤ ਮਾੜੀ ਹਾਲਤ ਦੇ ਵਿੱਚੋਂ ਦੀ ਲੰਘ ਰਹੇ ਆ। ਅਸੀਂ ਜੇਕਰ ਇਸ ਨੂੰ ਕਹੀਏ ਕਿ ਅਨਐਲਾਨੀ ਐਮਰਜੈਂਸੀ ਜਿਹੜੀ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੇ ਉੱਪਰ ਲਗਾ ਦਿੱਤੀ ਗਈ ਹੈ, ਤੇ ਅੱਜ ਅਸੀਂ ਗੱਲ ਕਰਾਂਗੇ ਇਸ ਵਿਸ਼ੇ ਤੇ ਤੁਹਾਡੇ ਨਾਲ ਕੁਝ ਗੱਲਾਂ। ਆਓ ਬਿਨਾਂ ਕਿਸੇ ਦੇਰੀ ਦੇ ਕਰਦੇ ਹਾਂ ਇਸ ਵਿਸ਼ੇ ਤੇ ਕੁਝ ਗੱਲਾਂ। ਦੋਸਤੋ, ਮਾਮਲਾ ਹੈ ਸਾਡੇ ਦੇਸ਼ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਕੰਮ ਕਰਦੇ ਕਾਰਕੁਨਾਂ ਦੀਆਂ ਮੁਸੀਬਤਾਂ ਦੇ ਵਧਣ ਦਾ। ਕੌਮਾਂਤਰੀ ਪੱਧਰ ਤੇ ਵੱਖ-ਵੱਖ ਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਦੇ ਭਾਰਤ ਦੇ ਵਿੱਚ ਤੇ ਸਾਬਕਾ ਮੁਖੀ ਆਕਾਰ ਪਟੇਲ ਨੂੰ ਬੈਂਗਲੁਰੂ ਹਵਾਈ ਅੱਡੇ ਤੋਂ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਉਸ ਨੂੰ ਘਰ ਨੂੰ ਵਾਪਸ ਦੇ ਦਿੱਤਾ ਗਿਆ। ਇਹ ਜਿਹੜੀ ਖਬਰ ਹੈ ਪੂਰੇ ਦੇਸ਼ ਦੇ ਵਿੱਚ ਅਤੇ ਪੂਰੇ ਇੰਟਰਨੈਸ਼ਨਲ ਪੱਧਰ ਦੇ ਉੱਪਰ ਇੱਕ ਬਹੁਤ ਗਮਗੀਨ ਕਰਨ ਵਾਲੀ ਹੈ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ ਇੱਕ ਅਜਿਹੀ ਸੰਸਥਾ ਹੈ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਹੈ ਅਤੇ ਇਸ ਦੇ ਪੁਰਾਣੇ ਮੁਖੀਆ ਨੂੰ ਅਜਿਹਾ ਕੁਝ ਕਰ ਦੇਣਾ ਇਹ ਬੜੀ ਮਾੜੀ ਗੱਲ ਹੈ। ਕੁਝ ਦਿਨ ਪਹਿਲਾਂ ਪੱਤਰਕਾਰ ਰਾਣਾ ਯੂਬ ਨੂੰ ਲੰਡਨ ਜਾਣ ਤੋਂ ਰੋਕਿਆ ਗਿਆ ਸੀ। ਰਾਣਾ ਦੇ ਮਾਮਲੇ ਵਿੱਚ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਕਿਹਾ ਸੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ, ਜਿਹਨੂੰ ਈਡੀ ਕਿਹਾ ਗਿਆ, ਦੁਆਰਾ ਦਿੱਤਾ ਗਿਆ ਨਿਰਦੇਸ਼ ਵਾਜਬ ਨਹੀਂ ਸੀ, ਕਿਉਂਕਿ ਰਾਣਾ ਯੂਬ ਨੇ ਈਡੀ ਦੁਆਰਾ ਉਸ ਵਿਰੁੱਧ ਦਰਜ ਕੀਤੇ ਗਏ ਕੇਸ ਵਿੱਚ ਸੁਣਵਾਈ ਸਮੇਂ ਪੂਰਾ ਸਹਿਯੋਗ ਦਿੱਤਾ ਸੀ ਅਤੇ ਏਜੰਸੀ ਦੀ ਹਰ ਸੁਣਵਾਈ ਸਮੇਂ ਉਹ ਪੇਸ਼ ਹੋਈ ਸੀ। ਅਦਾਲਤ ਨੇ ਰਾਣਾ ਯੂਬ ਨੂੰ ਦੇ ਮਨੁੱਖੀ ਅਧਿਕਾਰਾਂ, ਜਿਸ ਵਿੱਚ ਉਸ ਦੇ ਵਿਦੇਸ਼ ਜਾਣ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਅਧਿਕਾਰ ਸ਼ਾਮਲ ਹਨ, ਦੀ ਉਲੰਘਣਾ ਦੱਸਿਆ ਹੈ। ਹਾਈ ਕੋਰਟ ਨੇ ਈਡੀ ਨੇ ਰਾਣਾ ਯੂਬ ਨਾਲ ਵੀ ਅਜਿਹਾ ਕੁਝ ਹੀ ਕੀਤਾ ਸੀ। ਰਾਣਾ ਯੂਬ ਇੱਕ ਪੱਤਰਕਾਰ ਹੈ ਜਿਹੜੇ ਕਿ ਗੁਜਰਾਤ ਦੰਗਿਆਂ ਦੇ ਉੱਪਰ ਜਿਸ ਦੀ ਕਿਤਾਬ ਹੈ ਗੁਜਰਾਤ ਫਾਈਲਜ਼, ਤੇ ਉਹਦੇ ਕਰਕੇ ਇਹ ਵਿਵਾਦਾਂ ਦੇ ਵਿੱਚ ਰਹੀ ਆ। ਕਿਸੇ ਵੇਲੇ ਉਹਦੇ ਉੱਪਰ ਇੱਕ ਤਰੀਕੇ ਨਾਲ ਪਾਬੰਦੀ ਵੀ ਲਗਾਈ ਗਈ ਸੀ। ਅੱਜ ਕੱਲ੍ਹ ਜਦੋਂ ਤੋਂ ਉਹਨਾਂ ਦੀ ਕਿਤਾਬ ਆਈ ਹੈ ਤੇ ਕਿਸੇ ਨਾ ਕਿਸੇ ਪੱਧਰ ਦੇ ਉੱਪਰ ਉਹਦੇ ਉੱਪਰ ਉਹਨੂੰ ਕਦੇ ਬਿਨਾਂ ਕਿਸੇ ਇਨਕੁਆਇਰੀ ਦੇ ਬੁਲਾਇਆ ਜਾਂਦਾ ਤੇ ਅਜਿਹਾ ਕੁਛ ਕੀਤਾ ਜਾਂਦਾ। ਤੇ ਕੁਝ ਦਿਨ ਪਹਿਲਾਂ ਉਸ ਨੇ ਬਾਹਰ ਜਾ ਕੇ ਕਿਤੇ ਭਾਸ਼ਣ ਦੇਣਾ ਸੀ, ਉਹਨੂੰ ਵੀ ਉੱਥੇ ਜਾਣ ਤੋਂ ਰੋਕਿਆ ਗਿਆ। ਹੁਣ ਗੱਲ ਕਰੀਏ ਆਕਾਰ ਪਟੇਲ ਅਨੁਸਾਰ, ਕੇਂਦਰੀ ਜਾਂਚ ਏਜੰਸੀ ਸੀਬੀਆਈ ਦੇ ਇੱਕ ਅਧਿਕਾਰੀ ਨੇ ਉਸ ਨੂੰ ਦੱਸਿਆ ਕਿ ਕੇਂਦਰ ਸਰਕਾਰ ਦੇ ਐਮਨੈਸਟੀ ਇੰਟਰਨੈਸ਼ਨਲ ਵਿਰੁੱਧ ਫਾਈਲ ਕੀਤੇ ਕੇਸ ਕਾਰਨ ਉਸ ਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਹ ਸੀਬੀਆਈ ਦੇ ਇੱਕ ਅਧਿਕਾਰੀ ਨੇ ਉਹਨਾਂ ਨੂੰ ਦੱਸਿਆ। ਸੂਰਤ ਦੀ ਇੱਕ ਅਦਾਲਤ ਨੇ ਪਟੇਲ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ, ਪਰ ਸੀਬੀਆਈ ਨੇ ਇੱਕ ਹੋਰ ਕੇਸ ਦੇ ਹਵਾਲੇ ਨਾਲ ਉਸ ਨੂੰ ਵਿਦੇਸ਼ ਜਾਣ ਤੋਂ ਰੋਕਿਆ ਹੈ। ਹੁਣ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਆਕਾਰ ਪਟੇਲ ਨੂੰ ਅਗੇਤੀ ਆਗਿਆ ਤੋਂ ਬਗੈਰ ਮੁਲਕ ਨਾ ਛੱਡਣ ਲਈ ਹੁਕਮ ਸੁਣਾ ਦਿੱਤਾ ਹੈ ਅਤੇ ਉਸ ਫੈਸਲੇ ਉੱਤੇ ਰੋਕ ਲਗਾ ਦਿੱਤੀ ਹੈ ਜਿਸ ਵਿੱਚ ਸੀਬੀਆਈ ਨੂੰ ਲੁੱਕਆਊਟ ਸਰਕੂਲਰ ਵਾਪਸ ਲੈਣ ਲਈ ਕਿਹਾ ਗਿਆ ਸੀ। ਪਟੇਲ ਨੇ ਮਿਸ਼ੀਗਨ, ਬਰਕਲੇ ਅਤੇ ਨਿਊਯਾਰਕ ਦੀਆਂ ਯੂਨੀਵਰਸਿਟੀਆਂ ਵਿੱਚ ਭਾਸ਼ਣ ਦੇਣੇ ਸਨ ਮਨੁੱਖੀ ਅਧਿਕਾਰ ਦੇ ਵਿਸ਼ੇ ਤੇ, ਜਿੱਥੇ ਇੱਕ ਪਾਸੇ ਮਨੁੱਖੀ ਅਧਿਕਾਰ ਜਿਹੜਾ ਮਾਮਲੇ ਸੰਗਠਨ ਹਨ, ਉਹਨਾਂ ਦੇ ਕਾਰਕੁਨ ਹਨ, ਉਹ ਖਤਰੇ ਵਿੱਚ ਹਨ, ਉਹਨਾਂ 'ਤੇ ਇੱਕ ਐਮਰਜੈਂਸੀ ਲਗਾਈ ਗਈ ਹੈ। ਇਸ ਦੇ ਨਾਲ ਦੀ ਨਾਲ ਤੁਹਾਨੂੰ ਆਪਣੀ ਆਵਾਜ਼ ਉਠਾਉਣ ਦੇ ਲਈ ਸਰਕਾਰ ਦੇ ਤੋਤੇ ਬਣਨ ਦੇ ਲਈ ਆਖਿਆ ਜਾ ਰਿਹਾ, ਤੇ ਤੁਸੀਂ ਆਪਣੀ ਆਵਾਜ਼ ਵੀ ਨਹੀਂ ਉਠਾ ਸਕਦੇ। ਅਜਿਹੇ ਹਾਲਾਤ ਇੰਡੀਆ ਦੇ ਵਿੱਚ ਬਣੇ ਹੋਏ ਨੇ। ਐਮਨੈਸਟੀ ਇੰਟਰਨੈਸ਼ਨਲ ਇੱਕ ਕੌਮਾਂਤਰੀ ਸੰਸਥਾ, ਇਹ 1961 ਵਿੱਚ ਕਾਇਮ ਕੀਤੀ ਗਈ ਸੀ ਅਤੇ ਮਨੁੱਖੀ ਮਾਨ ਸਨਮਾਨ ਦੀ ਸੁਰੱਖਿਆ ਕਰਨ ਅਤੇ ਜਬਰ ਜਨਾਹ ਵਿਰੁੱਧ ਇਸ ਦੁਆਰਾ ਕੀਤੇ ਗਏ ਘੋਲ ਕਾਰਨ ਇਸ ਨੂੰ 1997 ਵਿੱਚ ਨੋਬਲ ਇਨਾਮ ਦਿੱਤਾ ਗਿਆ ਸੀ। ਇਸ ਦੇ ਬਾਨੀਆਂ ਪੀਟਰ ਬੈਨੇਸਨ, ਐਰਿਕ ਬੇਕਰ ਅਤੇ ਹੋਰਨਾਂ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਉਹਨਾਂ ਕੈਦੀਆਂ 'ਤੇ ਕੇਂਦਰਿਤ ਕੀਤਾ ਸੀ ਜਿਨ੍ਹਾਂ ਨੂੰ ਸਰਕਾਰਾਂ ਨੇ ਲੰਮੀਆਂ ਸਜ਼ਾਵਾਂ ਦਿੱਤੀਆਂ ਸਨ। ਪੀਟਰ ਬੈਨੇਸਨ ਬਾਅਦ ਵਿੱਚ ਇਸ ਸੰਸਥਾ ਤੋਂ ਵੱਖ ਹੋ ਗਿਆ ਸੀ ਅਤੇ ਸੰਸਥਾ ਹੋਰ ਵਿਅਕਤੀਆਂ ਦੀ ਅਗਵਾਈ ਵਿੱਚ ਚੱਲੀ। ਇਸ ਸੰਸਥਾ ਨੇ ਭਾਰਤ ਵਿੱਚ 1966 ਵਿੱਚ ਆਪਣਾ ਕੰਮ ਸ਼ੁਰੂ ਕੀਤਾ ਸੀ ਅਤੇ 2016 ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਬੰਗਲੁਰੂ ਵਿੱਚ ਹੋਏ ਸਮਾਗਮ ਤੋਂ ਬਾਅਦ
ਬਾਅਦ ਇਸ ਦੇ ਦੇਸ਼ ਵਿਰੋਧੀ ਹੋਣ ਬਾਰੇ ਕੇਸ ਦਰਜ ਕਰਾਇਆ ਸੀ। 2016 ਤੱਕ ਇਹ ਇਸ ਤਰ੍ਹਾਂ ਹੀ ਨਾਲ ਚੱਲਦੀ ਰਹੀ, ਲੇਕਿਨ 2016 ਦੇ ਵਿੱਚ ਆ ਕੇ ਅਖਿਲ ਵਿਦਿਆਰਥੀ ਪ੍ਰੀਸ਼ਦ, ਜਿਹੜੀ ਕਿ ਭਾਜਪਾ ਦਾ ਸਟੂਡੈਂਟ ਵਿੰਗ ਹੈ, ਉਸਨੇ ਇਸ ਦੇ ਉੱਪਰ ਕੇਸ ਦਰਜ ਕਰਾਇਆ ਸੀ ਅਤੇ ਕਿਹਾ ਸੀ ਕਿ ਇਹ ਦੇਸ਼ ਵਿਰੋਧੀ ਕੰਮ ਕਰ ਰਹੀ ਹੈ। 2019 ਵਿੱਚ CBI ਨੇ ਸੰਸਥਾ ਦੇ ਦਫ਼ਤਰ ਤੇ ਛਾਪੇ ਮਾਰੇ ਅਤੇ ਵਿਦੇਸ਼ੀ ਧਨ ਪ੍ਰਾਪਤ ਕਰਨ ਨਾਲ ਸੰਬੰਧਿਤ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤੇ। ਸੰਸਥਾ ਨੇ ਸਤੰਬਰ 2020 ਵਿੱਚ ਭਾਰਤ ਵਿੱਚ ਆਪਣੇ ਦਫ਼ਤਰ ਬੰਦ ਕਰ ਦਿੱਤੇ। ਉਸ ਸਮੇਂ ਆਕਾਰ ਪਟੇਲ ਇਸ ਦਾ ਮੁਖੀ ਸੀ। ਪਟੇਲ ਪੱਤਰਕਾਰ ਅਤੇ ਕਾਲਮਨਵੀਸ਼ ਹੈ ਜੋ ਅੰਗਰੇਜ਼ੀ ਅਤੇ ਗੁਜਰਾਤੀ ਵਿੱਚ ਲਿਖਦਾ ਹੈ। ਉਸ ਦੀ ਕਿਤਾਬ ਸਾਡਾ ਹਿੰਦੂ ਰਾਸ਼ਟਰ, ਇਹ ਕੀ ਹੈ, ਅਸੀਂ ਇੱਥੇ ਕਿਵੇਂ ਪਹੁੰਚੇ, ਚਰਚਾ ਦਾ ਵਿਸ਼ਾ ਰਹੀ ਹੈ। ਇਹ ਕਿਤਾਬ ਪਿਛਲੇ ਕੁਝ ਵਰ੍ਹਿਆਂ ਦੌਰਾਨ ਪੱਤਰਕਾਰਾਂ ਤੇ ਹਮਲੇ ਤੇਜ਼ ਹੋਏ ਹਨ ਅਤੇ ਪਾਬੰਦੀਆਂ ਵਧੀਆਂ ਹਨ। ਜੰਮੂ ਕਸ਼ਮੀਰ ਵਿੱਚ ਪੱਤਰਕਾਰਾਂ ਨੂੰ ਵੱਡੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਵੇਂ ਲੱਗਦਾ ਹੈ ਜਿਵੇਂ ਸਰਕਾਰ ਦੀ ਆਲੋਚਨਾ ਕਰਨ ਵਾਲਾ ਹਰ ਪੱਤਰਕਾਰ ਸਰਕਾਰ ਦੇ ਨਿਸ਼ਾਨੇ ਤੇ ਹੋਵੇ। ਅਖਬਾਰਾਂ, TV, ਸੋਸ਼ਲ ਮੀਡੀਆ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੇ ਹੋਰ ਮੰਚ ਆਧੁਨਿਕ ਸਮਿਆਂ ਦੀ ਦੇਣ ਹਨ। ਇਹਨਾਂ ਨੂੰ ਜਮਹੂਰੀਅਤ ਦਾ ਹਿੱਸਾ ਮੰਨਿਆ ਗਿਆ ਹੈ। ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਗਿਆ। ਸਰਕਾਰਾਂ ਦੀ ਜਮਹੂਰੀ ਕਿਰਦਾਰ ਕਾਇਮ ਰੱਖਣ ਲਈ ਉਹਨਾਂ ਦੇ ਲੋਕ ਵਿਰੋਧੀ ਕਦਮਾਂ ਦੀ ਆਲੋਚਨਾ ਕਰਨਾ ਜ਼ਰੂਰੀ ਹੈ। ਜੇਕਰ ਆਲੋਚਨਾ ਨਹੀਂ ਹੋਏਗੀ ਤਾਂ ਸਰਕਾਰ ਇੱਕ ਪਾਸੇ ਨੂੰ ਜਾਂਦੀ ਹੋਈ ਤਾਨਾਸ਼ਾਹੀ ਹੋ ਸਕਦੀ ਆ। ਲੋਕਤੰਤਰ ਦਾ ਇੱਕ ਵੱਡਾ ਥੰਮ ਹੈ। ਜਮਹੂਰੀਅਤ ਆਲੋਚਨਾ ਸਵੀਕਾਰ ਕਰਕੇ ਹੀ ਮਜ਼ਬੂਤ ਹੋ ਸਕਦੀਆਂ ਹਨ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਇਸ ਨਕਾਰਾਤਮਕ ਧਾਰਨਾ ਕਿ ਉਹਨਾਂ ਦੀ ਆਲੋਚਨਾ ਦੇਸ਼ ਦਾ ਵਿਰੋਧ ਜਾਂ ਦੇਸ਼ ਧਰੋਹ ਹੈ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਜਮਹੂਰੀ ਤਾਕਤਾਂ ਨੂੰ ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਦਾ ਇਕੱਠੇ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ। ਤਰਕਸ਼ੀਲ ਸੁਸਾਇਟੀ ਸਰਕਾਰ ਦੀ ਅਜਿਹੀ ਕਾਰਵਾਈ ਦਾ ਪੂਰੀ ਤਰ੍ਹਾਂ ਨਾਲ ਵਿਰੋਧ ਕਰਦੀ ਹੈ ਅਤੇ ਇਹ ਮੰਗ ਕਰਦੀ ਹੈ ਕਿ ਭਾਰਤ ਦੇ ਵਿੱਚ ਜਿਹੜਾ ਅਜਿਹਾ ਮਨੁੱਖੀ ਅਧਿਕਾਰਾਂ ਦੇ ਉੱਪਰ ਸਕੰਜਾ ਕੱਸਣ ਦੀਆਂ ਗੱਲਾਂ ਚੱਲ ਰਹੀਆਂ ਨੇ, ਇਹ ਕੰਮ ਬੰਦ ਕੀਤਾ ਜਾਵੇ, ਕਿਉਂਕਿ ਅਸੀਂ ਇੱਕ ਦੇਸ਼ ਦੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਜੀ ਰਹੇ ਹਾਂ ਅਤੇ ਲੋਕਤੰਤਰ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਵੱਡਾ ਰੋਲ ਹੈ। ਜੇਕਰ ਮਨੁੱਖੀ ਅਧਿਕਾਰ ਨਹੀਂ ਰਹਿਣਗੇ ਤਾਂ ਲੋਕਤੰਤਰ ਵੀ ਸ਼ਾਇਦ ਨਹੀਂ ਬਚੇਗਾ। ਇਸ ਕਰਕੇ ਅਸੀਂ ਤਰਕਸ਼ੀਲ TV ਦੇ ਮਾਧਿਅਮ ਦੇ ਰਾਹੀਂ ਆਪਣਾ ਵਿਰੋਧ ਦਰਜ ਕਰਾਉਂਦੇ ਹਾਂ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਸਰਕਾਰ ਦੇ ਅਜਿਹੇ ਫੈਸਲਿਆਂ ਦੇ ਵਿਰੁੱਧ ਉਹਨਾਂ ਨੂੰ ਇਕੱਠੇ ਹੋਣ, ਆਪਣਾ ਵਿਰੋਧ ਪ੍ਰਦਰਸ਼ਨ ਕਰਨ, ਤਾਂ ਕਿ ਭਾਰਤ ਦੇ ਵਿੱਚ ਲੋਕਤੰਤਰ ਨੂੰ ਅਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਬਚਾਇਆ ਜਾ ਸਕੇ। ਤਰਕਸ਼ੀਲ TV ਦੇ ਮਾਧਿਅਮ ਦੇ ਰਾਹੀਂ ਤੁਸੀਂ ਸਾਡੇ ਨਾਲ ਬਣੇ ਰਹੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਫਿਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ। ਵੇਖਦੇ ਰਹੋ ਤਰਕਸ਼ੀਲ TV। For more contents related to rational thinking, subscribe our Tarkshil TV channel now. For instant updates of new videos, don't forget to press